ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦਾ ਪਾਰਟ 4 ਲੈ ਕੇ ਹਾਜ਼ਰ ਹੋਏ ਹਾਂ। ਪਹਿਲੇ 3 ਪਾਰਟ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ, ਤਾਂ ਉੱਥੇ ਪਲੇਲਿਸਟ ਦੇ ਵਿੱਚ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ, ਤੁਸੀਂ ਜਾ ਕੇ ਦੇਖ ਸਕਦੇ ਹੋ। ਸਾਰੀਆਂ ਵੀਡੀਓ ਦੇਖਣੀਆਂ ਤੁਹਾਡੇ ਲਈ ਇੰਪੋਰਟੈਂਟ ਨੇ ਜੇਕਰ ਤੁਸੀਂ ਆਪਣੀ ਤਿਆਰੀ ਚੰਗੀ ਤਰ੍ਹਾਂ ਕਰਨੀ ਚਾਹੁੰਦੇ ਹੋ। ਜੇਕਰ ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਚੰਗੀ ਤਰ੍ਹਾਂ ਚੱਲਦੀ ਰਹੇ। ਇਹ ਜਿਹੜੀਆਂ ਵੀਡੀਓਜ਼ ਨੇ ਤੁਹਾਡੇ ਰਿਵੀਜ਼ਨ ਪਰਪਸ ਦੇ ਲਈ ਨੇ। ਇਹ ਆਪਾਂ ਜਿਹੜੀਆਂ ਪੋਲਿਟੀ ਦੀਆਂ ਵੀਡੀਓ ਟੌਪਿਕ ਵਾਈਜ਼ ਆਪਾਂ ਪਾ ਰਹੇ ਹਾਂ, ਠੀਕ ਹੈ। ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, ਪ੍ਰੀਐਂਬਲ ਅਤੇ ਸਿਟੀਜ਼ਨਸ਼ਿਪ ਆਪਾਂ ਕਲੀਅਰ ਕਰ ਲਈ ਹੈ, ਠੀਕ ਹੈ ਜੀ। ਫੰਡਾਮੈਂਟਲ ਡਿਊਟੀਜ਼ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਕਵਰ ਕਰ ਲਾਂਗੇ ਇੱਕ ਵੀਡੀਓ ਦੇ ਵਿੱਚ, ਤਾਂ ਵੀਡੀਓ ਨੂੰ ਐਂਡ ਤੱਕ ਦੇਖਣਾ, ਇੱਕ ਵੀ ਕੁਐਸਚਨ ਮਿਸ ਨਹੀਂ ਕਰਨਾ, ਠੀਕ ਹੈ ਜੀ। ਤਾਂ ਜੇਕਰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰਦਿਆ ਕਰੋਗੇ, ਸ਼ੇਅਰ ਕਰਦਿਆ ਕਰੋ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਇਹ ਜਿਹੜੀ ਪਹਿਲੀ ਸਲਾਈਡ ਹੈ ਇਹਦੇ ਵਿੱਚ ਮੈਂ ਤੁਹਾਨੂੰ ਫੰਡਾਮੈਂਟਲ ਡਿਊਟੀ ਦਾ ਓਵਰਵਿਊ ਦਿੱਤਾ ਹੈ, ਠੀਕ ਹੈ ਜੀ। ਜਿਵੇਂ ਪਹਿਲਾ ਇਹਦਾ ਪੁਆਇੰਟ ਹੈ ਉਹ ਕਿ ਇਹ ਪਾਰਟ 4A ਦੇ ਵਿੱਚ ਨੇ ਅਤੇ ਆਰਟੀਕਲ 51A ਦੇ ਵਿੱਚ ਨੇ, ਠੀਕ ਹੈ। ਜਿਹੜੀਆਂ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਕੁਐਸਚਨ ਆਉਂਦਾ ਕਿ ਕਿਹੜੇ ਪਾਰਟ ਦੇ ਵਿੱਚ ਨੇ, 4A ਦੇ ਵਿੱਚ ਅਤੇ ਆਰਟੀਕਲ 51A। ਇਹ ਇਹਨਾਂ ਦੇ ਅੱਗੇ ਕਿਉਂ ਪਾਇਆ? ਕਿਉਂਕਿ ਇਹ ਅਮੈਂਡਮੈਂਟ ਦੇ ਥਰੂ ਐਡ ਕੀਤੇ ਗਏ ਨੇ। ਇਹ ਦਾ ਮਤਲਬ ਹੁੰਦਾ ਅਮੈਂਡਮੈਂਟ, ਠੀਕ ਹੈ ਜੀ। ਤਾਂ ਫੰਡਾਮੈਂਟਲ ਡਿਊਟੀ ਤੁਹਾਨੂੰ ਗਿਣਤੀ ਵੀ ਪੁੱਛਿਆ ਜਾ ਸਕਦਾ, ਟੋਟਲ 11 ਫੰਡਾਮੈਂਟਲ ਡਿਊਟੀ ਨੇ ਆਪਣੀਆਂ, ਠੀਕ ਹੈ ਜੀ। ਐਟ ਪ੍ਰੈਜੈਂਟ ਪੁੱਛਿਆ ਜਾਵੇ ਤਾਂ ਟੋਟਲ 11 ਫੰਡਾਮੈਂਟਲ ਡਿਊਟੀਜ਼ ਨੇ, ਠੀਕ ਹੈ ਜੀ। ਤਾਂ ਇਹ 42ਵੀਂ ਅਮੈਂਡਮੈਂਟ ਜਿਹੜੀ ਆਪਣੀ ਹੋਈ ਹੈ, ਜਿਹਨੂੰ ਆਪਾਂ ਮਿੰਨੀ ਕੌਂਸਟੀਟਿਊਸ਼ਨ ਵੀ ਕਹਿੰਦੇ ਹਾਂ, ਠੀਕ ਹੈ, ਕਿਉਂਕਿ ਸੰਵਿਧਾਨ ਦਾ ਬਹੁਤ ਕੁਛ ਇਹਦੇ ਦੁਆਰਾ ਐਡ ਕੀਤਾ ਗਿਆ 42ਵੀਂ ਅਮੈਂਡਮੈਂਟ ਦੁਆਰਾ। ਤਾਂ ਜਦੋਂ ਇਹ 42ਵੀਂ ਅਮੈਂਡਮੈਂਟ ਦੇ ਵਿੱਚ ਐਡ ਕੀਤੀਆਂ ਗਈਆਂ ਇਸ ਤਾਂ ਕਿੰਨੀਆਂ ਐਡ ਕੀਤੀਆਂ ਗਈਆਂ ਸੀ? ਤਾਂ 10 ਫੰਡਾਮੈਂਟਲ ਡਿਊਟੀਆਂ ਮਤਲਬ ਹੈ ਜਿਹੜੇ ਉਹ ਐਡ ਕੀਤੀਆਂ ਗਈਆਂ ਸੀ, ਠੀਕ ਹੈ। ਤਾਂ ਜਿੰਨਾ ਚਿਰ 42ਵੀਂ ਅਮੈਂਡਮੈਂਟ ਨਹੀਂ ਹੋਈ, 1976 ਦੇ ਵਿੱਚ ਹੋਈ ਇਹ ਅਮੈਂਡਮੈਂਟ, ਤਾਂ ਇਹ ਤੋਂ ਪਹਿਲਾਂ ਫੰਡਾਮੈਂਟਲ ਡਿਊਟੀ ਹੈ ਨਹੀਂ ਸੀ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ। ਤਾਂ ਇਹ 42ਵੀਂ ਅਮੈਂਡਮੈਂਟ ਦੇ ਵਿੱਚ ਇਹ ਐਡ ਕੀਤੀਆਂ ਗਈਆਂ, ਕਿੰਨੀਆਂ? 10। ਤਾਂ ਜਿਹੜੀ 11ਵੀਂ ਫੰਡਾਮੈਂਟਲ ਡਿਊਟੀ ਹੈ ਉਹ 86th ਅਮੈਂਡਮੈਂਟ ਦੇ ਨਾਲ ਐਡ ਕੀਤੀ ਗਈ ਹੈ, ਜਿਹੜੀ 2002 ਦੇ ਵਿੱਚ ਹੋਈ ਹੈ, ਠੀਕ ਹੈ। ਤੁਸੀਂ ਯਾਦ ਰੱਖਣਾ ਹੈ। ਤਾਂ ਇਹ ਦੋਨੋਂ ਕੁਐਸਚਨ ਤੁਹਾਨੂੰ ਆ ਸਕਦੇ ਨੇ। ਤਾਂ ਰਿਕਮੈਂਡੇਸ਼ਨ ਕਿਹਦੀ ਸੀ ਇਹ? ਤਾਂ ਇੱਕ ਉਦੋਂ ਕਮੇਟੀ ਬੈਠੀ ਸੀ, ਸਵਰਨ ਸਿੰਘ ਕਮੇਟੀ। ਇਹ ਵੀ ਪੁੱਛਿਆ ਜਾਂਦਾ, ਬਹੁਤ ਵਾਰ ਕੁਐਸਚਨ ਆਇਆ ਹੋਇਆ। ਤਾਂ ਕਿਹੜੀ ਕਮੇਟੀ ਬੈਠੀ ਸੀ? ਸਵਰਨ ਸਿੰਘ ਕਮੇਟੀ ਦੁਆਰਾ ਇਹ ਉਹਨਾਂ ਦੀ ਰਿਕਮੈਂਡੇਸ਼ਨ 'ਤੇ ਇਹ ਐਡ ਕੀਤੀਆਂ ਗਈਆਂ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ। ਕਿੱਥੋਂ ਆਪਾਂ ਇਹ ਲਈਆਂ? ਇਹਦਾ ਆਈਡੀਆ ਕਿੱਥੋਂ ਲਿਆ? USSR, ਜਿਹਨੂੰ ਆਪਾਂ ਰਸ਼ੀਆ ਕਹਿੰਦੇ ਹਾਂ, ਰਸ਼ੀਆ ਤੋਂ ਲਈਆਂ ਗਈਆਂ। ਇਹ ਵੀ ਪੁੱਛਿਆ ਜਾਂਦਾ, ਠੀਕ ਹੈ ਜੀ। ਤਾਂ ਇੱਕ ਜਿਹੜਾ ਲਾਸਟ 'ਤੇ ਮੈਂ ਰੱਖਿਆ ਹੋਇਆ ਨੋਨ ਜਸਟੀਸ਼ੀਏਬਲ, ਮਤਲਬ ਇਹ ਆਪਣੀਆਂ ਡਿਊਟੀਜ਼ ਨੇ, ਆਪਣੀ ਡਿਊਟੀ ਬਣਦੀ ਹੈ। ਮਤਲਬ ਜੇ ਆਪਾਂ ਆਪਣੇ ਇੰਡੀਆ ਦੇ ਵਿੱਚ ਰਹਿੰਦੇ ਹਾਂ ਤਾਂ ਕੁਛ ਆਪਣੀਆਂ ਡਿਊਟੀਜ਼ ਬਣਦੀਆਂ ਨੇ, ਠੀਕ ਹੈ। ਉਹ ਇੱਕ ਆਪਣਾ ਚੰਗੇ ਮਨੁੱਖ ਹੋਣ ਦੇ ਨਾਂ 'ਤੇ ਡਿਊਟੀਜ਼ ਬਣਦੀਆਂ ਨੇ, ਠੀਕ ਹੈ। ਜਿਵੇਂ ਆਪਾਂ ਜੰਗਲਾਂ ਦੀ ਸੁਰੱਖਿਆ ਕਰੀਏ, ਵੱਧ ਤੋਂ ਵੱਧ ਰੁੱਖ ਲਾਈਏ, ਇਹ ਆਪਣੀਆਂ ਡਿਊਟੀਜ਼ ਨੇ। ਨੋਨ ਜਸਟੀਸ਼ੀਏਬਲ ਕਿਉਂ ਨੇ? ਜੇਕਰ ਤੁਸੀਂ ਇਹ ਡਿਊਟੀ ਨਹੀਂ ਕਰੋਗੇ ਤਾਂ ਤੁਹਾਡੇ 'ਤੇ ਕੋਈ ਵੀ ਕੇਸ ਨਹੀਂ ਕਰ ਸਕਦਾ, ਕੋਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਨਹੀਂ ਜਾ ਸਕਦਾ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਜੰਗਲ ਕੱਟ ਰਹੇ ਹਾਂ, ਆਪਾਂ ਜੰਗਲ ਨਹੀਂ ਲਗਾ ਰਹੇ, ਤਾਂ ਆਪਣੇ 'ਤੇ ਕੋਈ ਉਹ ਮਤਲਬ ਲੀਗਲੀ ਕੋਈ ਕੁਛ ਨਹੀਂ ਕਰ ਸਕਦਾ, ਠੀਕ ਹੈ। ਤਾਂ ਇਹ ਮਤਲਬ ਆਪਣੇ ਇੱਕ ਆਪਾਂ ਨੂੰ ਹਿੰਟ ਨੇ ਇਹ ਕਿ ਤੁਸੀਂ ਆਪਣੇ ਦੇਸ਼ ਨੂੰ ਵਧੀਆ ਸਾਫ਼ ਸੁਥਰਾ ਰੱਖੋ, ਠੀਕ ਹੈ। ਤਾਂ ਇਹ ਨੋਨ ਜਸਟੀਸ਼ੀਏਬਲ, ਇਹ ਤੁਸੀਂ ਯਾਦ ਰੱਖਣਾ, ਇਹ ਵੀ ਪੁੱਛਿਆ ਜਾਂਦਾ ਹੈ। ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਹੈ ਮੌਲਿਕ ਕਰਤੱਵ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨੇ? ਜਿਵੇਂ ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ, ਵਿਚ ਪਾਰਟ ਆਫ ਦੀ ਕੌਂਸਟੀਟਿਊਸ਼ਨ ਹੈਵ ਫੰਡਾਮੈਂਟਲ ਡਿਊਟੀਜ਼। ਇਹੋ ਜਿਹੇ ਕੁਐਸਚਨ ਤੁਹਾਨੂੰ ਆਉਂਦੇ ਨੇ, ਠੀਕ ਹੈ ਜੀ। ਤਾਂ ਜਿਵੇਂ ਪਾਰਟ 1, ਪਾਰਟ 2, ਪਾਰਟ 4 ਜਾਂ ਪਾਰਟ 4A, ਠੀਕ ਹੈ। ਐਵੇਂ ਤੁਹਾਨੂੰ ਆਪਸ਼ਨ ਸੈੱਟ ਕਰਦੇ ਨੇ ਉਹ। ਤਾਂ ਇਹਦਾ ਆਨਸਰ ਹੈ ਜਿਹੜਾ ਪਾਰਟ 4A, ਆਪਾਂ ਪਿੱਛੇ ਪੜ੍ਹ ਕੇ ਗਏ ਹਾਂ, ਠੀਕ ਹੈ। ਪਾਰਟ 4A ਦੇ ਵਿੱਚ ਇਹ ਪਾਈਆਂ ਜਾਂਦੀਆਂ। ਇਹ ਕਿਉਂ ਪਾਇਆ? ਕਿਉਂਕਿ ਅਮੈਂਡਮੈਂਟ ਦੇ ਥਰੂ ਐਡ ਕੀਤੀਆਂ ਗਈਆਂ। ਅਗਲਾ ਜਿਹੜਾ ਆਪਣਾ ਕੁਐਸਚਨ ਆ, ਮੌਲਿਕ ਕਰਤੱਵ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਨੇ? ਇਹ ਵੀ ਪੁੱਛਿਆ ਜਾਂਦਾ। ਵਿਚ ਆਰਟੀਕਲ ਆਫ ਕੌਂਸਟੀਟਿਊਸ਼ਨ ਹੈਵ ਫੰਡਾਮੈਂਟਲ ਡਿਊਟੀਜ਼? 36 ਤੋਂ 51, 51A, 12 ਤੋਂ 35, 5 ਤੋਂ 11। 12 ਤੋਂ 35 ਆਪਾਂ ਪੜ੍ਹ ਕੇ ਗਏ ਹਾਂ, ਕੀ ਹੈਗੇ 12 ਤੋਂ 35? ਫੰਡਾਮੈਂਟਲ ਰਾਈਟਸ, ਠੀਕ ਹੈ, ਪਾਰਟ 3 ਦੇ ਵਿੱਚ ਨੇ। 5 ਤੋਂ 11 ਆਪਣੀ ਕੀ ਹੈ? ਸਿਟੀਜ਼ਨਸ਼ਿਪ ਹੈ। 36 ਤੋਂ 52 ਆਪਣੇ ਕੀ ਨੇ? ਅੱਗੇ ਆਪਾਂ ਪੜ੍ਹਾਂਗੇ ਅਗਲੀ ਕਲਾਸ ਦੇ ਵਿੱਚ DPSP, ਠੀਕ ਹੈ। ਉਹ 36 ਤੋਂ 52 ਹੈ। ਤਾਂ ਇਹ ਤੁਸੀਂ ਇਹ ਯਾਦ ਰੱਖਿਓ, ਕਿਉਂਕਿ ਜਿਹੜੀਆਂ ਆਪਣੀਆਂ 10 ਡਿਊਟੀਆਂ ਐਡ ਕੀਤੀਆਂ ਗਈਆਂ ਸੀ ਉਹ 42ਵੀਂ ਅਮੈਂਡਮੈਂਟ ਦੇ ਥਰੂ ਐਡ ਕੀਤੀਆਂ। ਤਾਂ ਇਹ ਦਾ ਮਤਲਬ ਅਮੈਂਡਮੈਂਟ, ਤਾਂ 51A ਦੇ ਥਰੂ ਇਹ ਐਡ ਕੀਤੀਆਂ ਗਈਆਂ, ਇਹ ਤੁਸੀਂ ਯਾਦ ਕਰ ਲਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ ਕਰਤੱਵ ਦਿੱਤੇ ਗਏ ਨੇ? ਇਹ ਵੀ ਪੁੱਛਿਆ ਜਾਂਦਾ। ਹਾਊ ਮੈਨੀ ਫੰਡਾਮੈਂਟਲ ਡਿਊਟੀਜ਼ ਆਰ ਦੇਅਰ ਇਨ ਕੌਂਸਟੀਟਿਊਸ਼ਨ? 5, 6, 10 ਜਾਂ 11, ਠੀਕ ਹੈ। 10 ਅਤੇ 11 ਪਾਇਆ ਪਿਆ ਨਾ, ਤਾਂ ਕਈ ਬੱਚੇ ਨੂੰ 10 ਲਾਇਆ ਹੁੰਦਾ। 10 ਤਾਂ ਆਪਣੇ ਮਤਲਬ ਜਿਹੜੇ 42ਵੀਂ ਅਮੈਂਡਮੈਂਟ, ਜੇਕਰ ਤੁਹਾਨੂੰ ਇਹ ਪੁੱਛਿਆ ਜਾਵੇ ਕਿ 42ਵੀਂ ਅਮੈਂਡਮੈਂਟ ਦੇ ਥਰੂ ਕਿੰਨੇ ਐਡ ਕੀਤੇ ਗਏ, ਤਾਂ ਫਿਰ ਤੁਸੀਂ 10 ਲਾਉਣਾ, ਠੀਕ ਹੈ। ਫਿਰ ਤੁਹਾਡਾ 10 ਸਹੀ ਹੋਊਗਾ, ਠੀਕ ਹੈ। ਬਟ ਜੇ ਐਟ ਪ੍ਰੈਜੈਂਟ ਪੁੱਛਿਆ ਜਾਵੇ ਕਿ ਹੁਣ ਕਿੰਨੇ ਨੇ, ਤਾਂ ਹੁਣ 11 ਨੇ। 11 ਫੰਡਾਮੈਂਟਲ ਡਿਊਟੀਜ਼ ਨੇ ਆਪਣੀਆਂ, ਠੀਕ ਹੈ, ਤੁਸੀਂ ਯਾਦ ਰੱਖਣਾ।
ਤਾਂ ਜਿਹੜੀ 11th ਫੰਡਾਮੈਂਟਲ ਡਿਊਟੀ ਹੈ ਇਹ ਮੈਂ ਵਾਰ-ਵਾਰ ਇੱਥੇ ਮੈਂਸ਼ਨ ਕਿਉਂ ਕਰ ਰਿਹਾ ਕਿਉਂਕਿ ਤੁਹਾਡੇ ਯਾਦ ਹੋ ਜੂ, ਠੀਕ ਹੈ। ਰਿਵੀਜ਼ਨ ਆਪਣੀ ਕਿਵੇਂ ਹੁੰਦੀ ਹੈ ਜੇ ਆਪਾਂ ਇੱਕ ਕੁਐਸਚਨ ਨੂੰ ਵਾਰ-ਵਾਰ ਪੜ੍ਹਾਂਗੇ, ਠੀਕ ਹੈ। ਇੱਕ ਵਾਰ ਪੜ੍ਹਨ ਨਾਲ ਕੁਐਸਚਨ ਯਾਦ ਨਹੀਂ ਹੁੰਦਾ। ਤਾਂ 11th ਫੰਡਾਮੈਂਟਲ ਡਿਊਟੀ ਹੈ ਜਿਹੜੀ ਉਹ 86th ਅਮੈਂਡਮੈਂਟ ਦੁਆਰਾ 2002 ਦੇ ਵਿੱਚ ਜਿਹੜੀ ਅਮੈਂਡਮੈਂਟ ਹੋਈ ਹੈ, ਤੁਸੀਂ ਸਾਲ ਵੀ ਯਾਦ ਰੱਖਣਾ, ਤਾਂ ਉਹਦੇ ਦੁਆਰਾ ਇਹ ਐਡ ਕੀਤੀ ਗਈ ਹੈ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਮੌਲਿਕ ਕਰਤੱਵ ਕਿਹੜੇ ਦੇਸ਼ ਤੋਂ ਲਏ ਗਏ ਨੇ। ਫੰਡਾਮੈਂਟਲ ਡਿਊਟੀਜ਼ ਬੋਰੋਡ ਫਰੋਮ ਵਿਚ ਕੰਟਰੀ। ਬੋਰੋਡ ਮਤਲਬ ਇਹਦਾ ਆਈਡੀਆ, ਠੀਕ ਹੈ। ਤਾਂ ਇਹ ਆਪਾਂ ਕਿਹੜੇ ਦੇਸ਼ ਦਾ ਕੌਨਸਟੀਟਿਊਸ਼ਨ ਦੇਖਿਆ ਤਾਂ ਕਿ ਉਹਦੇ ਵਿੱਚੋਂ ਆਪਾਂ ਆਪਾਂ ਨੂੰ ਇਹ ਚੀਜ਼ ਮਿਲੀ ਕਿ ਆਪਾਂ ਇਹ ਵੀ ਆਪਾਂ ਨੂੰ ਕੌਨਸਟੀਟਿਊਸ਼ਨ ਦੇ ਵਿੱਚ ਐਡ ਕਰਨੀ ਚਾਹੀਦੀ ਹੈ, ਜ਼ਰੂਰੀ ਹੈ। USA, USSR, UK ਜਾਂ ਕੈਨੇਡਾ, ਐਵੇਂ ਤੁਹਾਨੂੰ ਆਪਸ਼ਨ ਆਉਣਗੇ, ਠੀਕ ਹੈ ਜੀ। ਐਗਜ਼ਾਮ ਪ੍ਰੈਸ਼ਰ ਦੇ ਵਿੱਚ ਆਪਾਂ ਕੁਐਸਚਨ ਗਲਤ ਕਰ ਦਿੰਦੇ ਹਾਂ ਤਾਂ ਕਿ ਮਤਲਬ ਉਹਨਾਂ ਦਾ ਇੱਕ ਇਹ ਐਗਜ਼ਾਮ ਸੈੱਟ ਕਰਨ ਦਾ ਇੱਕ ਤਰੀਕਾ ਹੁੰਦਾ ਐਗਜ਼ਾਮੀਨਰ ਦਾ, ਠੀਕ ਹੈ ਜੀ। ਆਪਣੇ 'ਤੇ ਪ੍ਰੈਸ਼ਰ ਪਾਉਣਾ ਮਾਈਂਡ 'ਤੇ, ਤਾਂ ਤੁਸੀਂ ਧਿਆਨ ਨਾਲ ਤਾਂ ਕੁਐਸਚਨ ਪੜ੍ਹਨੇ ਅਤੇ ਧਿਆਨ ਨਾਲ ਹੀ ਉਹਦੇ ਸਾਰੇ ਆਪਸ਼ਨ ਪੜ੍ਹਨੇ ਅਤੇ ਆਰਾਮ ਨਾਲ ਆਪਦਾ ਆਨਸਰ ਟਿਕ ਕਰਨਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2, USSR ਵੀ ਕਹਿੰਦੇ ਨੇ ਜਾਂ ਰਸ਼ੀਆ ਵੀ ਪਾਇਆ ਆ ਸਕਦਾ ਤੁਹਾਨੂੰ, ਠੀਕ ਹੈ। ਆਪਸ਼ਨ ਦੇ ਵਿੱਚ ਜਾਂ USSR ਪਾਇਆ ਹੋਊਗਾ, ਠੀਕ ਹੈ। ਤਾਂ ਇਹ ਤੁਸੀਂ ਧਿਆਨ ਨਾਲ ਟਿਕ ਕਰਨਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਮੌਲਿਕ ਕਰਤੱਵ ਕਿਸ ਕਮੇਟੀ ਦਾ ਵਿਚਾਰ ਹੈ। ਫੰਡਾਮੈਂਟਲ ਡਿਊਟੀਜ਼ ਦਾ ਆਈਡੀਆ ਆਫ ਵਿਚ ਕਮੇਟੀ, ਬਲਵੰਤ ਰਾਏ ਮਹਿਤਾ, ਸਵਰਨ ਸਿੰਘ, ਹੰਟਰ ਕਮਿਸ਼ਨ ਜਾਂ ਸ਼ਾਰਦਾ ਕਮੇਟੀ। ਤਾਂ ਆਪਾਂ ਪਿੱਛੇ ਪੜ੍ਹ ਕੇ ਗਏ ਸਲਾਈਡ ਦੇ ਵਿੱਚ, ਆਨਸਰ ਨੰਬਰ 2 ਸਵਰਨ ਸਿੰਘ ਕਮੇਟੀ ਦਾ ਇਹ ਵਿਚਾਰ ਸੀ ਕਿ ਮੌਲਿਕ ਕਰਤੱਵ ਵੀ ਸੰਵਿਧਾਨ ਦੇ ਵਿੱਚ ਰੱਖਣੇ ਚਾਹੀਦੇ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਮੌਲਿਕ ਕਰਤੱਵ ਕਿਸ ਸੋਧ ਦੁਆਰਾ ਦਰਜ ਕੀਤੇ ਗਏ। ਫੰਡਾਮੈਂਟਲ ਡਿਊਟੀਜ਼ ਆਰ ਐਡਡ ਥਰੂ ਵਿਚ ਅਮੈਂਡਮੈਂਟ। ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਬਹੁਤ ਇੰਪੋਰਟੈਂਟ ਹੈ। 44th ਅਮੈਂਡਮੈਂਟ, 42nd, 86th ਜਾਂ 61। ਸਾਰੀਆਂ ਅਮੈਂਡਮੈਂਟ ਹੀ ਇੰਪੋਰਟੈਂਟ ਨੇ। ਉਹ ਆਪਾਂ ਅੱਗੇ ਜਿਹੜੇ ਆਪਣੇ ਸੈਸ਼ਨ ਆਉਣਗੇ ਇਹ ਸਾਰੀਆਂ ਅਮੈਂਡਮੈਂਟ ਤੁਹਾਨੂੰ ਮੈਂ ਕਰਵਾਉਣੀ ਹੈ, ਠੀਕ ਹੈ ਜੀ। ਅਮੈਂਡਮੈਂਟ ਦੇ ਵੀ ਆਪਾਂ ਇੱਕ ਸਪੈਸ਼ਲ ਕਲਾਸ ਲੈ ਆਵਾਂਗੇ ਜੇ ਤੁਸੀਂ ਕਹੋਗੇ ਤਾਂ, ਠੀਕ ਹੈ। ਅਮੈਂਡਮੈਂਟ ਜਿੰਨੀਆਂ ਵੀ ਇੰਪੋਰਟੈਂਟ ਤੁਹਾਡੇ ਕੁਐਸਚਨ ਪੇਪਰਾਂ ਦੇ ਵਿੱਚ ਆਉਂਦੀਆਂ ਉਹ ਆਪਾਂ ਲੈ ਆਵਾਂਗੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 42ਵੀਂ ਅਮੈਂਡਮੈਂਟ। ਨਾਲ ਮੈਂ ਇਹ ਮੈਂਸ਼ਨ ਤਾਂ ਕੀਤਾ ਤਾਂ ਕਿ ਤੁਹਾਡੇ ਯਾਦ ਰਹੇ ਜੇ ਕਿ 42ਵੀਂ ਅਮੈਂਡਮੈਂਟ ਦੇ ਥਰੂ ਕਿੰਨੀਆਂ ਕੀਤੀਆਂ ਸੀ, 10 ਡਿਊਟੀਜ਼ ਐਡ ਕੀਤੀਆਂ ਸੀ। 11th ਕਰੀ ਗਈ ਹੈ 86th ਅਮੈਂਡਮੈਂਟ 2002 ਦੇ ਵਿੱਚ, ਠੀਕ ਹੈ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਮੌਲਿਕ ਕਰਤੱਵ ਨਿਆਂਯੋਗ ਹਨ ਜਾਂ ਨਹੀਂ। ਫੰਡਾਮੈਂਟਲ ਡਿਊਟੀਜ਼ ਆਰ ਜਸਟਿਸ਼ੇਬਲ ਔਰ ਨਾਟ। ਮੰਨ ਲਓ ਤੁਸੀਂ ਕੋਈ ਫੰਡਾਮੈਂਟਲ ਡਿਊਟੀ ਹੈ ਉਹ ਵਾਇਲੇਟ ਕਰਤੀ। ਮੰਨ ਲਓ ਤੁਸੀਂ ਜੰਗਲਾਂ ਦੀ ਰੱਖਿਆ ਨਹੀਂ ਕਰ ਰਹੇ, ਮੰਨ ਲਓ ਤੁਸੀਂ ਦਰਖਤ ਨਹੀਂ ਲਾ ਰਹੇ, ਠੀਕ ਹੈ। ਤਾਂ ਆਪਣੇ 'ਤੇ ਕੋਈ ਲੀਗਲੀ ਤਾਂ ਕੁਛ ਨਹੀਂ ਕਰ ਸਕਦਾ, ਤਾਂ ਉਹੀ ਫੰਡਾਮੈਂਟਲ ਡਿਊਟੀਜ਼ ਨੇ, ਤਾਂ ਇਹ ਜਸਟਿਸ਼ੇਬਲ ਨਹੀਂ ਹੈਗੀਆਂ, ਇਹ ਤੁਸੀਂ ਯਾਦ ਰੱਖਣਾ। ਤਾਂ ਆਪਸ਼ਨ ਤੁਹਾਨੂੰ ਐਵੇਂ ਆਉਣਗੇ ਯੈਸ, ਨੋ, ਸਮਟਾਈਮਜ਼ ਜਾਂ ਆਲ ਆਫ ਦੀ ਅਬਵ। ਤਾਂ ਇਸ ਕੁਐਸਚਨ ਦਾ ਆਪਾਂ ਨੂੰ ਪਤਾ ਹੈ ਆਨਸਰ ਨੋ, ਠੀਕ ਹੈ, ਕਿਉਂਕਿ ਇਹ ਜਸਟਿਸ਼ੇਬਲ ਨਹੀਂ। ਇਹ ਤਾਂ ਆਪਣਾ ਫਰਜ਼ ਬਣਦਾ, ਇੱਕ ਕਰਤੱਵ ਬਣਦਾ ਕਿ ਆਪਾਂ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖੀਏ, ਦਰਖਤ ਲਾਈਏ, ਠੀਕ ਹੈ। ਬਟ ਜੇ ਨਹੀਂ ਲਾਵਾਂਗੇ ਤਾਂ ਆਪਣੇ ਲੀਗਲੀ ਕੋਈ ਵੀ ਆਪਣੇ 'ਤੇ ਕੁਛ ਨਹੀਂ ਕਰ ਸਕਦਾ, ਠੀਕ ਹੈ। ਤਾਂ ਇਹ ਨਿਆਂਯੋਗ ਨਹੀਂ ਹੈਗੇ, ਨੋਨ ਜਸਟਿਸ਼ੇਬਲ ਹੈ ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜਾ ਮੌਲਿਕ ਕਰਤੱਵ ਨਹੀਂ ਹੈ। ਇਹ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਡਿਊਟੀ। ਇਹ ਤੁਹਾਨੂੰ ਮੈਂ ਸਪੈਸ਼ਲ ਇੱਕ ਕਲਾਸ ਲੈ ਕੇ ਆਊਂ ਫੰਡਾਮੈਂਟਲ ਰਾਈਟ 'ਤੇ ਵੀ, ਫੰਡਾਮੈਂਟਲ ਡਿਊਟੀ 'ਤੇ ਵੀ ਅਤੇ DPSP 'ਤੇ ਵੀ, ਠੀਕ ਹੈ। ਇਹ ਅਲੱਗ ਆਪਾਂ ਸਾਰੇ ਕਵਰ ਕਰਨੇ ਆ ਜਿਹੜੇ ਇੰਪੋਰਟੈਂਟ ਨੇ, ਜਿਹੜੇ ਪੁੱਛੇ ਜਾਂਦੇ ਨੇ। ਜੇ ਤੁਹਾਨੂੰ ਇਹ ਆਪਸ਼ਨ ਆ ਗਏ ਮੰਨ ਲਓ ਰਿਸਪੈਕਟ ਨੈਸ਼ਨਲ ਫਲੈਗ, ਟੂ ਸੇਫ ਪਬਲਿਕ ਪ੍ਰੋਪਰਟੀ, ਰਾਈਟ ਟੂ ਐਜੂਕੇਸ਼ਨ, ਟੂ ਪ੍ਰੋਟੈਕਟ ਐਂਡ ਇੰਪਰੂਵ ਐਨਵਾਇਰਨਮੈਂਟ। ਤਾਂ ਇਹਨਾਂ ਵਿੱਚੋਂ ਕਿਹੜਾ ਮੌਲਿਕ ਕਰਤੱਵ ਨਹੀਂ ਹੈ। ਕੁਐਸਚਨ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਕਰੋ, ਠੀਕ ਹੈ। ਇਹ 'ਚ ਪੁੱਛਿਆ ਕੀ ਗਿਆ, ਮੌਲਿਕ ਕਰਤੱਵ ਹੈ ਜਾਂ ਨਹੀਂ ਹੈ, ਠੀਕ ਹੈ। ਇਹ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ, ਫਿਰ ਤੁਸੀਂ ਆਨਸਰ ਟਿਕ ਕਰਨਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਰਾਈਟ ਟੂ ਐਜੂਕੇਸ਼ਨ। ਰਾਈਟ ਟੂ ਐਜੂਕੇਸ਼ਨ ਹੈ ਜਿਹੜਾ ਇਹ ਹੁਣ ਕੀ ਬਣਾ ਦਿੱਤਾ ਗਿਆ ਫੰਡਾਮੈਂਟਲ ਰਾਈਟ। ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਇਹ 21A ਦੇ ਵਿੱਚ ਆਉਂਦਾ, ਠੀਕ ਹੈ ਜੀ। 21A ਦੇ ਵਿੱਚ ਆਉਂਦਾ। ਇਹ ਕਿਉਂ ਲਾਇਆ ਗਿਆ, ਕਿਉਂਕਿ ਅਮੈਂਡਮੈਂਟ ਦੇ ਥਰੂ ਐਡ ਕੀਤਾ ਗਿਆ। ਕਿਹੜੀ ਅਮੈਂਡਮੈਂਟ, 86th ਅਮੈਂਡਮੈਂਟ 2002, ਠੀਕ ਹੈ। ਇਹ ਮੈਂ ਤੁਹਾਨੂੰ ਨਾਲ ਫੈਕਟ ਵੀ ਕਲੀਅਰ ਕਰਵਾਉਂਦੇ ਜਾਣਾ ਕੁਐਸਚਨ ਦੇ ਨਾਲ ਨਾਲ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਸੈਸ਼ਨ ਨੂੰ ਪੂਰਾ ਦੇਖਿਆ ਕਰੋ, ਠੀਕ ਹੈ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ। ਤਾਂ ਆਨਸਰ ਨੰਬਰ 3 ਹੈ ਇਹਦਾ ਰਾਈਟ ਟੂ ਐਜੂਕੇਸ਼ਨ। ਇਹ ਨਹੀਂ ਹੈ, ਠੀਕ ਹੈ। ਇਹ ਤਾਂ ਜੇ ਆਪਾਂ ਨੂੰ ਪੁੱਛਿਆ ਹੈਗਾ ਨਹੀਂ ਕਿਹੜਾ ਕਰਤੱਵ ਨਹੀਂ ਹੈ, ਤਾਂ ਰਾਈਟ ਟੂ ਐਜੂਕੇਸ਼ਨ। ਅਗਲਾ ਜਿਹੜਾ ਆਪਣਾ ਕੁਐਸਚਨ ਉਹ ਜੰਗਲੀ ਜੀਵਨ ਦੀ ਸੁਰੱਖਿਆ ਕਿਸ ਦੇ ਅੰਤਰਗਤ ਆਉਂਦੀ ਹੈ। ਪ੍ਰੋਟੈਕਸ਼ਨ ਆਫ ਵਾਈਲਡ ਲਾਈਫ ਕਮਜ਼ ਅੰਡਰ। ਇਹ ਕੁਐਸਚਨ ਬਹੁਤ ਵਾਰ ਆਇਆ ਹੋਇਆ। DPSP, ਫੰਡਾਮੈਂਟਲ ਡਿਊਟੀਜ਼, 7th ਸ਼ਡਿਊਲ ਜਾਂ ਆਲ ਆਫ ਦੀ ਅਬਵ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹਦੇ ਵਿੱਚ ਇਹ ਲਿਖਿਆ ਹੋਇਆ ਕਿ ਆਪਾਂ ਨੂੰ ਜੰਗਲਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
DPSP, ਫੰਡਾਮੈਂਟਲ ਡਿਊਟੀ, 7th ਸਕੈਡਿਊਲ ਜਾਂ ਆਲ ਆਫ ਦੀ ਅਬਵ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਆਲ ਆਫ ਦੀ ਅਬਵ। ਇਹ ਮੈਂ ਜਾਣਬੁੱਝ ਕੇ ਕੁਐਸਚਨ ਰੱਖਿਆ ਕਿ ਤੁਸੀਂ ਕਿਤੇ ਮਤਲਬ ਤੁਸੀਂ ਇਹ ਦੇਖੋਗੇ ਕਿ ਫੰਡਾਮੈਂਟਲ ਡਿਊਟੀ ਆਪਾਂ ਟਿਕ ਕਰ ਦਿੰਦੇ ਕਿਉਂਕਿ ਆਪਾਂ ਫੰਡਾਮੈਂਟਲ ਡਿਊਟੀ ਦਾ ਸੈਸ਼ਨ ਕਰ ਰਹੇ ਹਾਂ। ਨਹੀਂ, ਬਟ ਇਹ ਕੁਐਸਚਨ ਇਹ ਰੇਅਰ ਕੁਐਸਚਨ ਹੈ, ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਤਾਂ ਇਹ ਤਿੰਨੋਂ 'ਚ ਆਉਂਦਾ, DPSP, ਫੰਡਾਮੈਂਟਲ ਡਿਊਟੀਜ਼, 7th ਸਕੈਡਿਊਲ, ਠੀਕ ਹੈ, ਤਿੰਨਾਂ 'ਚ ਆਉਂਦਾ ਆਲ ਆਫ ਦੀ ਅਬਵ। ਅੱਜ ਦੇ ਸੈਸ਼ਨ ਦਾ ਲਾਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਮੌਲਿਕ ਕਰਤੱਵ ਨਹੀਂ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਅ ਫੰਡਾਮੈਂਟਲ ਡਿਊਟੀ। ਇਹਦੇ 'ਚ ਆਪਾਂ ਨੂੰ ਕੀ ਪੁੱਛਿਆ ਗਿਆ ਕਿ ਕਿਹੜਾ ਮੌਲਿਕ ਕਰਤੱਵ ਹੈ। ਜਿਹੜਾ ਆਪਣਾ ਮਤਲਬ ਪਿਛਲਾ ਕੁਐਸਚਨ ਸੀ ਉਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਸੀ ਕਿ ਕਿਹੜਾ ਨਹੀਂ ਹੈ। ਇਹ ਤੁਸੀਂ ਕੁਐਸਚਨ ਚੰਗੀ ਤਰ੍ਹਾਂ ਪੜ੍ਹਨਾ, ਠੀਕ ਹੈ ਜੀ। ਤਾਂ ਅਬੋਲਿਸ਼ਨ ਆਫ ਅਨਟਚੇਬਿਲਿਟੀ, ਰਾਈਟ ਟੂ ਕੌਨਸਟੀਟਿਊਸ਼ਨਲ ਅਮੈਂਡਮੈਂਟ ਨਹੀਂ, ਸੌਰੀ, ਰੈਮੇਡੀਜ਼ ਪਾਉਣਾ ਸੀ ਮੈਂ, ਤੇ ਇਹ ਥੋੜ੍ਹਾ ਮਿਸਪ੍ਰਿੰਟ ਹੋ ਗਿਆ, ਸੌਰੀ। ਆਪਣਾ ਤੀਸਰਾ ਹੈਗਾ ਟੂ ਸੇਫ ਪਬਲਿਕ ਪ੍ਰੋਪਰਟੀ ਜਾਂ ਰਾਈਟ ਟੂ ਫਰੀਡਮ। ਤਾਂ ਇਹਨਾਂ ਵਿੱਚੋਂ ਕਿਹੜਾ ਫੰਡਾਮੈਂਟਲ ਡਿਊਟੀ ਆਪਣੀ ਹੈਗੀ ਹੈ, ਮਤਲਬ ਇਹ ਆਪਾਂ ਦੱਸਣਾ ਹੈ ਕਿ ਕਿਹੜੀ ਇਹਨਾਂ 'ਚੋਂ ਹੈਗੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਟੂ ਸੇਫ ਪਬਲਿਕ ਪ੍ਰੋਪਰਟੀ। ਆਪਣਾ ਮਤਲਬ ਇੱਕ ਹੱਕ ਬਣਦਾ, ਆਪਣਾ ਕਰਤੱਵ ਬਣਦਾ ਹੈ ਕਿ ਜਿਹੜੀ ਆਪਣੀ ਪਬਲਿਕ ਪ੍ਰੋਪਰਟੀ ਹੁੰਦੀ ਹੈ, ਜਿਵੇਂ ਆਪਾਂ ਟ੍ਰੇਨ 'ਚ ਸਫ਼ਰ ਕਰਦੇ ਹਾਂ ਜਾਂ ਕਿਤੇ ਵੀ ਆਪਾਂ ਪਬਲਿਕ ਜਗ੍ਹਾ 'ਤੇ ਜਾਂਦੇ ਹਾਂ ਜਿਹੜੀ ਸਰਕਾਰ ਦੁਆਰਾ ਮੇਨਟੇਨ ਕੀਤੀ ਗਈ ਹੈ, ਤਾਂ ਉੱਥੇ ਜਾ ਕੇ ਆਪਾਂ ਮਤਲਬ ਕਿਹੋ ਜਿਹੇ ਤਰੀਕੇ ਨਾਲ ਆਪਾਂ ਪੇਸ਼ ਆਉਂਦੇ ਹਾਂ, ਠੀਕ ਹੈ। ਤਾਂ ਆਪਾਂ ਮਤਲਬ ਉਹਨੂੰ ਸੇਫ ਕਰਨਾ, ਉਹਨੂੰ ਨੁਕਸਾਨ ਨਹੀਂ ਪਹੁੰਚਾਉਣਾ। ਤਾਂ ਇਹ ਕੀ ਆਪਣਾ ਕਰਤੱਵ ਬਣਦਾ, ਠੀਕ ਹੈ। ਤਾਂ ਅੱਜ ਦਾ ਸੈਸ਼ਨ ਆਪਣਾ ਕੰਪਲੀਟ ਹੋ ਗਿਆ, 10 ਕੁਐਸਚਨ ਪੂਰੇ ਹੋ ਗਏ। ਚੰਗੀ ਤਰ੍ਹਾਂ ਤੁਸੀਂ ਕਰ ਲੈਣਾ, ਠੀਕ ਹੈ ਜੀ। 1-2 ਵਾਰ ਕਲਾਸ ਨੂੰ ਤੁਸੀਂ ਦੇਖ ਲਓ, ਰਿਵਾਈਜ਼ ਕਰ ਲਓ ਤਾਂ ਕਿ ਤੁਹਾਡੇ ਸਾਰੇ ਕੁਐਸਚਨ ਚੰਗੀ ਤਰ੍ਹਾਂ ਯਾਦ ਹੋ ਜਾਣ, ਇੱਕ ਵੀ ਕੁਐਸਚਨ ਤੁਹਾਡਾ ਮਿਸ ਨਾ ਹੋਵੇ। ਤਾਂ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਰਦਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ 'ਤੇ ਪ੍ਰੈਸ ਕਰ ਲਿਓ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।